दोस्तों मैं ਤੁਹਾਡਾ मेज़बान मियाँ मुहम्मद अफजल भट्टू तो जिस तरीके तुसीं सारे किसान भरा जानते जे भी मक्की का सीजन है हर कच्छे जनाब मक्की गहिंदी पई है तो मक्की की खरीदारी जी ने शुरू है तो साढ़े वाले भी जनाब शुरू है तो यह वेख सकते जे मक्की गई पई है तो इस दे रेट के बारे गलबात करने हैं जनाब। जिस तरीके तुसीं वेख रहे जे मक्की गहिंदी पई है तो गह भी गई है तो चाचे असलम ने अगे अपने कुछ 4 एकड़ बेचे भी इन्ने ने तो उन्होंने तो पुछने भी उनका खर्चा कितना आया तो हुण जिहड़ा रेट मिलता पिया उनके तो मुतफिक है या रेट घट है तो आओ गल करने असलम खान। अस्सलाम वालेकुम जी। वालेकुम सलाम। असलम खान तुसीं मक्की बेची है तो रेट के बारे सानूं दसो। मकई का रेट कोनी 8 तो लै ते 9 7 700 तो लैके 900 तक 900 तक तो तुहाडी एवरेज कितनी निकली है किले चों? 50 40 45 तो खर्चा कितना आया तुहाडा? खर्चा भी 40 50 खादा गिन लो यूरिया ठेके ते जमीन दे वाहियां अगर पानी इहदा मतलब मजदूरी 7000 दा मजदूरी है लेबर दी। टोटल खर्चा कितना आ गया होगा अंदाजा तुहाडा? अंदाजा 55 50,000 आ ही गया। 50,000 ते ठेका कितना है 6 महीने 60,000 30,000 रुपये 30,000 6 महीने का 6 महीने। दोस्तों 60,000 ਦੇ ਵਿੱਚ 30 ਕਰੀ ਤੇ 90,000 ਬਣਦਾ ਹੈਗਾ ਤੇ 90,000 ਵਿੱਚ 50,000 ਦੀ ਮੱਕੀ ਕੱਢ ਲਓ ਤੇ 40,000 ਜਨਾਬ ਇਸ ਵਾਰੀ ਜ਼ਮੀਂਦਾਰ ਨੂੰ ਪੈ ਗਿਆ नहीं नहीं कुछ भी नहीं बचता झूठे ही बचते पे ने। ਤੇ ਪੱਲੂ ਪੈ ਗਏ ਨੇ। ਅਗਰ ਇਹ ਰੇਟ ਜਿਸ ਤਰੀਕੇ ਜਦੋਂ ਸੀਜ਼ਨ ਨਹੀਂ ਹੁੰਦਾ ਉਸ ਟਾਈਮ ਤੇ ਜਨਾਬ ਰੇਟ ਹੁੰਦਾ 1400 ਤੇ 1500 ਤੇ ਜਦੋਂ ਸਾਡੀ ਵਾਰੀ ਆਉਂਦੀ ਜ਼ਿਮੀਂਦਾਰ ਕਿਸਾਨਾਂ ਦੀ ਉਸ ਵਕਤ ਜਨਾਬ ਰੇਟ ਹੋ ਜਾਂਦਾ ਹੈ ਜਨਾਬ 800 700 ਤੇ ਜਿਹੜੀ ਹਕੂਮਤ ਹੈ ਉਹ ਭਾਈ ਜੀ ਸੁੱਤੀ ਹੋਈ ਹੈ ਤੇ ਉਹਨਾਂ ਦਾ ਖਿਆਲ ਕੋਈ ਨਹੀਂ ਹੈਗਾ ਕਿਸਾਨਾਂ ਵੱਲੇ। ਅਗਰ ਕਿਸਾਨਾਂ ਦਾ ਖਿਆਲ ਕਰਨਾ ਹੈ ਤੇ ਇਹ ਰੇਟ ਇੱਕ ਤਾਂ ਜਿਸ ਤਰੀਕੇ ਕਣਕ ਦਾ ਰੇਟ ਉਹਨਾਂ ਬੰਨਿਆ ਹੋਇਆ ਸੀ 1400 ਉਸੇ ਤਰੀਕੇ ਇਹਦਾ ਰੇਟ ਵੀ ਕੋਈ ਬੰਨ ਦੇਵਣ ਇੱਕ ਜਗ੍ਹਾ ਤੇ ਪਤਾ ਹੋਵੇ ਵੀ 1500 ਮੰਨਦਾ ਹੈ ਜਾਂ 1400 ਮੰਨਦਾ ਹੈ लेकिन कोई तवज्जो नहीं है सिवाय कणक ते गौरमेंट की तवज्जो है तो कणक का रेट भी जनाब अजकल 2000 ਨੂੰ पहुँच चुकी है तो साढ़े को 1400 ਨੂੰ 1350 ਨੂੰ ਲੈ ਕੇ हुकूमत खुश हो गई तो हुण ਉਹੀ रेट ਜਿਹੜਾ ना किसी मंडी तो जाके चेक कर सकते जो 2000 तो 1900 2000 2100 रुपया रेट गंदम का चलता पिया है। तो यह जुल्म ਜਿਹੜਾ है ना किसानों ना बहुत ज़्यादा जुल्म हुकूमत करती पई है बल्कि सारे किसानों नाल जुल्म हो रहा है। असी जनाब ना ये अपनी आवाज़ उठाने भी जो हुकूमत जी है ना वो थोड़ा जिहा अपनी नींदर चू जाग जाए तो वो जोड़ा भी वजीर खुराक है जिंदा ये सिलसिला है तो सलीम भाई भी ये गल कर रहे हैं जी मैं अगे की है कणक के बारे भी 1400 तो हम 2000 हो गई वही गल कर रहा है। तो हुकूमत जेडे है ना वो अपनी नींदर के विचों ते खाबे खरगोश जेडे सुते हुए हैं वो थोड़ी जी जाग जावन तो साडा कुछ ख्याल करन ਇਹ ਨਾ ਹੋਵੇ ਵੀ ਜਨਾਬ ਅਸੀਂ ਫਿਰ ਵਾਹੀ ਕਰਨ ਤੋਂ ਅਸਲ ਹੀ ਹੱਥ ਚੁੱਕ ਜਾਈਏ। ਤੇ ਮੇਰਾ ਖਿਆਲ ਹੈ ਵੀ ਅਸਲਮ ਖਾਨ ਮੈਂ ਠੀਕ ਗੱਲ ਕੀਤੀ ਹੈ बड़ी सोहनी गल। ਤੇ ਤੁਸੀਂ ਵੀ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਮਸ਼ਵਰਾ ਦਿਓ। ਅੱਛਾ बस गल की करनी सारा तो चरीने है चरी चरी घरे जाने हैं ते दाल फुलका भी नहीं टींदा कुछ है उससे तो मुर्गा खाता है ना। ਸਹੀ ਬਾਤ। ਚਲੋ ਦੋਸਤੋ ਹੁਣ ਤੁਸੀਂ ਵੀ ਆਪਣੇ ਆਪਣੇ ਇਲਾਕੇ ਦੇ ਹਿਸਾਬ ਨਾਲ ਜਿੱਥੇ ਜਿੱਥੇ ਦੇ ਤੁਸੀਂ ਰਹਿਸ਼ੀ ਹੈ ਅਗਰ ਤੁਸੀਂ ਮੱਕੀ ਬੀਜੀ ਹੋਈ ਤੇ ਇਸ ਦੇ ਬਾਰੇ ਰੇਟ ਵੀ ਤੁਹਾਡੇ ਇਲਾਕੇ 'ਚ ਕੀ ਚੱਲਦਾ ਪਿਆ ਉਸ ਦੇ ਬਾਰੇ ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਣਾ ਤੇ ਫਿਰ ਮਿਲ ਕੇ ਸਾਰੇ ਦੋਸਤ ਸੋਸ਼ਲ ਮੀਡੀਆ ਤੇ ਇੱਕ ਆਵਾਜ਼ ਉਠਾਣੇ ਹੈ ਤਾਂ ਕਿ ਕਿਸਾਨਾਂ ਦਾ ਕੁਛ ਨਾ ਕੁਛ ਹੱਲ ਨਿਕਲੇ। ਦੋਸਤੋ ਮੱਕੀ ਦੀ ਤੁਹਾਨੂੰ ਕੁਆਲਿਟੀ ਵੀ ਚੈੱਕ ਕਰਵਾਉਣੇ ਵੀ ਕਿੰਨੀ ਸੋਹਣੀ ਹੈ ਸਾਫ਼ ਸੁਥਰੀ ਤੇ ਇਹ ਵੇਖ ਲਓ ਜਨਾਬ ਕਿਸੇ ਕਿਸਮ ਦੀ सुखी ना ਇਹ ਵੇਖੋ ਜੀ ਦੋਸਤੋ ਖੁਸ਼ਕ ਤੇ ਸਾਫ਼ ਇਹਨੂੰ ਤੁਸੀਂ ਚੱਕੀ ਕੇ ਤੇ ਲਿਜਾ ਤੇ ਨਾ ਆਟਾ ਵੀ ਬਣਾ ਸਕਦੇ ਜੇ ਇੰਨੀ ਸਾਫ਼ ਹੈ। ਤੇ ਲੇਕਿਨ ਜਿਸ ਤਰੀਕੇ ਮੱਕੀ ਸੋਹਣੀ ਤੇ ਖੂਬਸੂਰਤ ਹੈ ਇਸੇ ਤਰੀਕੇ ਰੇਟ ਕੋਈ ਨਹੀਂ ਲੱਭਦਾ ਪਿਆ ਤੇ ਰੇਟ ਤੇ ਜਨਾਬ ਮਿਹਰਬਾਨੀ ਕਰਕੇ ਤਵੱਜੋ ਦਿਓ ਜਨਾਬ ਤੇ ਇਹ ਵੇਖ ਸਕਦੇ ਜੀ। ਤੇ ਦੋਸਤੋ ਇਸ ਤੋਂ ਬਾਅਦ ਜਨਾਬ ਅਗਰ ਇਸ ਨੂੰ ਲੈ ਗਏ ਨਾ ਮੰਡੀ ਤੇ ਪਹਿਲੇ ਤਾਂ ਲੈ ਗਏ ਗੱਲਾ ਮੰਡੀ ਤੇ ਉੱਥੇ ਜਨਾਬ ਇੰਜ ਕਰਕੇ ਰੇਟ ਲਵਣਗੇ मशीन ला सकते ਜਨਾਬ ਕੰਨ ਲਾਵਣਗੇ ਤੇ ਇੱਕ ਕਹੇਗਾ ਜਨਾਬ 800 ਤੇ ਜਿਹੜਾ ਦੁਕਾਨਦਾਰ ਹੋਵੇਗਾ ਉਹਨੂੰ ਸੁਣੇਵੇਗਾ 800 ਉਹ ਅੱਗੇ ਕਹੇਗਾ ਜੀ ਮੈਨੂੰ ਤੁਹਾਡੀ ਮੱਕੀ ਦਾ 750 ਲੱਗਾ ਤੇ ਮਾਲਕ ਨੂੰ ਕੋਈ ਨਹੀਂ ਪਤਾ ਲੱਗਣਾ ਵੀ ਇਹ 800 ਇਹਨਾਂ ਲਾਇਆ ਨਾਲ ਦੇ ਦੁਕਾਨਦਾਰ ਜਾਂ ਇਹਨੇ 750 ਲਾਇਆ। ਉਹ ਅਗਲੀ ਦੁਕਾਨਦਾਰ ਦੀ ਮਰਜ਼ੀ ਹੈ ਵੀ ਉਹ 750 ਦੱਸੇ ਜਾਂ 800 ਦੱਸੇ। कहानी ਤੇ ਦੋਸਤੋ ਸਾਡੇ ਇਲਾਕੇ ਵਿੱਚ ਜਿਹੜੀ ਸਾਡਾ ਸ਼ਹਿਰ ਹਵੇਲੀ ਇਲਾਕਾ ਜਾਂ ਬਸੀਰਪੁਰ ਹੈ ਨਾ ਇਹ ਤੇ ਓਪਨ ਬੋਲੀ ਨਹੀਂ ਹੁੰਦੀ ਕੰਨ ਵਿੱਚ ਬੋਲੀ ਕੰਨ ਵਿੱਚ ਫੂਕਾ ਮਾਰਦੇ ਹੈਗੇ ਨੇ। ਤੇ ਜਿਹੜਾ ਵੀ ਜ਼ਿਮੀਂਦਾਰ ਅਗਰ ਕੋਈ ਕਣਕ ਲਿਜਾਂਦਾ ਜਾਂ ਮੂੰਜੀ ਲਿਜਾਂਦਾ ਹੈ ਜਾਂ ਮੱਕੀ ਲਿਜਾਂਦਾ ਹੈ ਤੇ ਉਸ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਉਹਦੀ ਜਿਹੜੀ ਜਿਨਸ ਹੈ ਨਾ ਕਿਸ ਹਿਸਾਬ ਨਾਲ ਸੇਲ ਹੋਈ ਹੈ। ਤੇ ਜੇ ਪਤਾ ਹੁੰਦਾ ਤਾਂ ਸਿਰਫ ਦੁਕਾਨਦਾਰ ਨੂੰ ਹੁੰਦਾ ਹੈ ਕਿਉਂਕਿ ਦੁਕਾਨਦਾਰ ਨੇ ਇੱਕ ਸਾਈਡ ਤੋਂ ਕਮਿਸ਼ਨ ਲੈਣਾ ਹੁੰਦਾ ਹੈ ਤੇ ਦੂਸਰੀ ਸਾਈਡ ਤੋਂ ਵੀ ਕਮਿਸ਼ਨ ਲੈਣਾ ਹੁੰਦਾ ਹੈ। ਉਸ ਤੋਂ ਅਲੱਗਾ
ਅਗਰ 50 ਰੁਪਏ ਦਾ ਜਾਂ 100 ਦਾ ਮਣ ਮਗਰੂ ਫਰਕ ਪਾਉਣਾ ਚਾਹਵੇ ਤਾਂ ਬੜੀ ਆਸਾਨੀ ਨਾਲ ਪਾ ਸਕਦਾ ਹੈ ਤੇ ਆਮ ਜ਼ਿਮੀਂਦਾਰ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਚੱਲਦਾ। ਮੰਡੀ ਵਿੱਚ ਵੀ ਜਨਾਬ ਉਹਨਾਂ ਦੀ ਇੱਕ ਮਸ਼ੀਨ ਹੁੰਦੀ ਹੈ ਜੀ ਮਾਸਚਰ ਚੈੱਕ ਕਰਨ ਵਾਲੀ, ਉਹ ਕੋਈ ਕਹਿੰਦਾ ਜਨਾਬ 14 ਹੋਵੇ 12 ਮਾਸਚਰ ਹੋਵੇ ਵੀ ਇਹਦੇ ਨਮੀ ਥੋੜੀ ਹੋਣੀ ਚਾਹੀਦੀ ਹੈ, ਖੁਸ਼ਕ ਹੋਣੀ ਚਾਹੀਦੀ ਹੈ। ਤੇ ਜੇਕਰ ਕੋਈ ਪਿੰਡ 'ਚ ਆ ਗਿਆ ਇੱਥੇ ਉਹਨੇ ਜਨਾਬ ਆਪਣੇ ਟਰਾਲੇ ਦਾ ਕਿਰਾਇਆ ਪੱਲੇਦਾਰਾਂ ਦਾ ਹਰ ਚੀਜ਼ ਹੀ ਉਹਨੇ ਉੱਪਰ ਪਾਉਣੀ ਹੈ ਤੇ ਸ਼ਹਿਰ ਦਾ ਰੇਟ ਅਗਰ 800 ਹੈ ਤਾਂ ਉਹਨੇ ਇੱਥੇ 700 ਲੈਣੀ ਹੈ ਤੇ ਜ਼ਮੀਂਦਾਰ ਜਨਾਬ ਮਜਬੂਰ ਹੈ ਕਿਉਂਕਿ ਅਸਾਂ ਮੁੰਜੀ ਵੀ ਲਗਾਉਣੀ ਹੈ ਤੇ ਮੁੰਜੀ ਦਾ ਰੇਟ ਲਗਵਾਈ ਦਾ 4-5 ਹਜ਼ਾਰ ਹੈ ਉਹ ਭਰਨਾ ਹੈ। ਫਿਰ ਜਨਾਬ ਖਾਦ ਲਿਆਉਣੀ ਹੈ, ਪਾਣੀ ਡੀਜ਼ਲ ਦਾ ਖਰਚਾ ਤੇ ਇਹ ਜਿਹੜੀ ਮੱਕੀ ਅਸਾਂ ਵੇਚਾਂਗੇ ਇਹ ਇਹਦੇ ਸਾਰੇ ਪੈਸੇ ਜਨਾਬ ਮੁੰਜੀ ਤੇ ਲੱਗ ਜਾਵਣਗੇ ਤੇ ਮੁੰਜੀ ਦੇ ਪੈਸੇ ਫਿਰ ਅਗਾ ਕਣਕ ਤੇ ਲੱਗ ਜਾਵਣਗੇ ਤੇ ਕਣਕ ਦੇ ਫਿਰ ਅਗਾ ਮੁੰਜੀ ਤੇ ਜਾਂ ਮੱਕੀ ਤੇ। ਇਹ ਸਿਲਸਿਲਾ ਸਾਡੇ ਨਾਲ ਚੱਲਦਾ ਆਂਦਾ ਹੈ ਜ਼ਿਮੀਂਦਾਰਾਂ ਨਾਲ ਕਾਫੀ ਅਰਸੇ ਤੇ ਪਿਓ ਦਾਦੇ ਦੇ ਵੇਲਿਆਂ ਤੇ। ਤੇ ਆ ਕੱਪੜੇ ਆ ਸਾਡੇ ਵੇਖ ਲਓ ਸਿਰੂ ਗੋਨੇ ਹੋਏ ਬੈਠੇ ਤੇ ਇਹ ਸੁਣ ਲਓ ਜਨਾਬ ਗੱਲ ਅਸਲਮ ਆ ਖਾਨ ਦੀ। ਕੱਪੜੇ ਵੇਖ ਲਓ ਸਾਡੇ ਆ ਜ਼ਿਮੀਦਾਰ ਹੈ ਅਸੀਂ ਜੀ ਸਰਦਾਰ ਹੈ ਲੰਬਰਦਾਰਾਂ ਦੇ। ਤੇ ਇਹ ਸੂਰਤ ਹਾਲ ਸਾਡੀ ਹੈ ਦੋਸਤੋ ਤੇ ਮੇਰਾ ਖਿਆਲ ਹੈ ਵੀ ਸਾਰੇ ਕੱਚੀ ਇਹੀ ਹਾਲ ਹੋਵੇਗਾ ਜਿੰਨਾ ਇਹਨੂੰ ਮੈਨੂੰ ਸਾਰੇ ਯਕੀਨ ਹੈ। ਮੁਲਕ ਦੇ ਵੀ ਟੋਰਨਾ ਨੇ। ਤੇ ਦੋਸਤੋ ਹੁਣ ਮੈਂ ਤੁਹਾਡੇ ਸਾਰੇ ਦੋਸਤਾਂ ਦੀ ਇਜਾਜ਼ਤ ਚਾਹਨਾ ਤੇ ਆਪਣੇ ਆਪਣੇ ਇਲਾਕੇ ਦੇ ਵਿੱਚ ਜੋ ਵੀ ਤੁਹਾਡਾ ਰੇਟ ਹੈ ਨਾ ਜਾਂ ਮੰਡੀ ਵਿੱਚ ਓਪਨ ਬੋਲੀ ਹੁੰਦੀ ਹੈ ਜਾਂ ਇਸ ਤਰੀਕੇ ਕੰਨ 'ਚ ਫੂਕਾ ਵੱਜਦਾ ਹੈ ਇਹਦੇ ਬਾਰੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਸਿਰ ਜੀ। ਵੀ ਮਿਲਾ ਕਰ ਦੇਗਾ ਇਹ ਟੋਰਨਾ ਨੇ। ਤੇ ਹੁਣ ਮੈਂ ਤੁਹਾਡੀ ਦੀ ਇਜਾਜ਼ਤ ਚਾਹਨਾ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।